ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਸਿੰਘੂ ਬਾਰਡਰ ਕੁਝ ਦਿਨ ਪਹਿਲਾਂ ਘਟਨਾ ਵਾਪਰੀ ਆ। ਲਖਬੀਰ ਸਿੰਘ ਨਾਂ ਦਾ ਵਿਅਕਤੀ ਜਿਹਦਾ ਕਤਲ ਨਿਹੰਗਾਂ ਵੱਲੋਂ ਕੀਤਾ ਗਿਆ। ਉਹਦੀ ਲੱਤ ਵੱਢ ਕੇ ਉਹਦਾ ਗੁੱਟ ਵੱਢ ਕੇ ਕਿ ਸਰਬਲੋ ਨਾਂ ਦੇ ਗ੍ਰੰਥ ਨੂੰ ਚੁੱਕ ਕੇ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਬੇਦਬੀ ਕਰ ਰਿਹਾ ਸੀ ਤੇ ਇਸ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਜਿਨ੍ਹਾਂ ਨਿਹੰਗਾਂ ਨੇ ਉਹਦਾ ਕਤਲ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਹੈ। ਤੇ ਕੱਲ ਸੁਣਨ ਵਿੱਚ ਆਇਆ ਕਿ ਜਿਹੜਾ ਲਖਬੀਰ ਸਿੰਘ, ਭਾਵੇਂ ਉਹ ਇਸ ਦੁਨੀਆ ਤੋਂ ਜਾ ਚੁੱਕਾ ਹੈ, ਇੱਕ ਆਮ ਗਰੀਬ ਪਰਿਵਾਰ ਦਾ ਉਹ ਵਿਅਕਤੀ ਸੀ, ਦਿਹਾੜੀਦਾਰ ਬੰਦਾ ਸੀ, ਉਹਦੇ ਤੇ ਵੀ 295 ਏ ਦਾ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ। ਵੇਖੋ, ਸਰਕਾਰਾਂ ਨੇ, ਏਜੰਸੀਆਂ ਨੇ ਬਹੁਤ ਕੁਝ ਕਰਵਾਉਣਾ ਇਸ ਮੋਰਚੇ ਨੂੰ ਢਾਹ ਲਾਉਣ ਲਈ। ਲਗਾਤਾਰ 11ਵਾਂ ਮਹੀਨਾ ਚੱਲ ਰਿਹਾ, ਹੁਣ 11ਵਾਂ ਵੀ ਸਮਾਪਤ ਹੋਣ ਵਾਲਾ, 12ਵਾਂ ਆਰੰਭ ਹੋਣ ਵਾਲਾ। ਤੇ ਇਸ ਕਿਸਾਨੀ ਅੰਦੋਲਨ ਨੂੰ ਹਰ ਪੱਖੋਂ ਸਹਿਯੋਗ ਮਿਲਿਆ ਹੈ। ਪੰਜਾਬ ਦੇ ਇਕੱਲੇ ਵਰਗ ਨੇ ਆਪਣੀ ਰੂਹ ਤੋਂ ਇਸ ਅੰਦੋਲਨ ਨੂੰ ਸਹਿਯੋਗ ਦਿੱਤਾ ਹੈ ਤੇ ਪੰਜਾਬ ਦੇ ਜੰਮੇ ਪੁੱਤ, ਭਾਵੇਂ ਉਹ ਕਿਸੇ ਵੀ ਸਟੇਟ ਚੋਣ, ਭਾਵੇਂ ਵਿਦੇਸ਼ਾਂ ਵਿੱਚ ਬੈਠੇ ਆ, ਉਹ ਤਨ ਕਰਕੇ ਉੱਥੇ ਸੀ, ਪਰ ਰੂਹ ਕਰਕੇ ਇਸ ਅੰਦੋਲਨ ਦੇ ਨਾਲ ਹਮੇਸ਼ਾ ਹੀ ਉਹ ਜੁੜੇ ਰਹੇ। ਸਮੇਂ-ਸਮੇਂ ਤੇ ਸਾਡੇ ਨਾਲ ਵੀ ਜਿਹੜੀ ਗੱਲਬਾਤ ਉਹਨਾਂ ਦੀ ਹੁੰਦੀ ਰਹੀ ਕਿ ਇਸ ਅੰਦੋਲਨ ਬਾਰੇ ਕਿੱਦਾਂ ਚੱਲ ਰਿਹਾ ਸਾਰਾ ਕੁਝ, ਕਿਉਂਕਿ ਇਸ ਅੰਦੋਲਨ ਵਿੱਚ ਧਾਰਮਿਕ ਵਿਅਕਤੀ ਵੀ, ਦੂਜੇ ਵਿਅਕਤੀ ਵੀ, ਹਰ ਇੱਕ ਵਿਅਕਤੀ ਨੇ ਇਹ ਸੋਚ ਕੇ ਸਾਥ ਦਿੱਤਾ ਕਿ ਇਹ ਅੰਦੋਲਨ ਸਾਡਾ ਸਾਰਿਆਂ ਦਾ ਸਾਂਝਾ ਵਾ। ਜ਼ਮੀਨਾਂ ਦੀ ਗੱਲ ਆ, ਸਾਡੇ ਹੱਕਾਂ ਦੀ ਗੱਲ ਆ। ਇਹ 3 ਕਾਲੇ ਕਾਨੂੰਨ ਜਿਹੜੇ ਸਰਕਾਰ ਨੇ ਪਾਸ ਕੀਤੇ, ਇਹਨੂੰ ਰੱਦ ਕਰਾਉਣ ਲਈ ਇਹ ਸੰਘਰਸ਼ ਜਿਹੜਾ ਵਿੱਢਿਆ ਜਾ ਰਿਹਾ। 2020 17 ਸਤੰਬਰ ਨੂੰ ਇਹ 3 ਕਾਲੇ ਕਾਨੂੰਨ ਪਾਸ ਹੋਏ ਸੀ, ਉਦੋਂ ਤੋਂ ਲੈ ਕੇ ਇਹ ਅੰਦੋਲਨ ਚੱਲ ਰਿਹਾ। ਪਰ ਇੱਕ ਗੱਲ ਇੱਥੇ ਕਹਿਣੀ ਬਹੁਤ ਜ਼ਰੂਰੀ ਆ ਕਿ ਕੁਝ ਤਮਾਸ਼ਬੀਨ ਲੋਕ ਜਿਹੜੇ ਇਸ ਅੰਦੋਲਨ ਵਿੱਚ ਆਏ ਵੀ ਨਹੀਂ, ਦੂਰੋਂ ਬੈਠੇ ਹੀ ਉਹ ਗੱਲਾਂ ਕਰ ਰਹੇ ਆ। ਪਿਛਲੇ ਦਿਨੀ ਜਦੋਂ ਲਖੀਮਪੁਰ ਖੀਰੀ ਇੱਕ ਲੀਡਰ ਦੇ ਪੁੱਤ ਵੱਲੋਂ ਗੱਡੀਆਂ ਚਾੜ ਕੇ ਹੱਸਦੇ ਵਸਦੇ ਘਰ ਉਜਾੜ ਦਿੱਤੇ ਗਏ, ਕਿਸਾਨਾਂ ਦੇ ਪੁੱਤ ਜਿਹੜੇ ਮਾਰ ਦਿੱਤੇ ਗਏ, ਉਹਨਾਂ ਬਾਰੇ ਇੱਕ ਸ਼ਬਦ ਤੱਕ ਆਪਣੇ ਮੂੰਹ ਨਹੀਂ ਬੋਲਿਆ। ਕੀ ਤੁਹਾਡੀ ਚੁੱਪ ਇਹ ਮੰਨੀਏ ਕਿ ਤੁਸੀਂ ਉਸ ਵਕਤ ਸਰਕਾਰਾਂ ਦੇ ਹੱਕ ਵਿੱਚ ਭੁਗਤੇ ਸੀ? ਜੇ ਕੋਈ ਉਸ ਵਕਤ ਦੀ ਵੀਡੀਓ ਕੋਈ ਕਲਿੱਪ ਹੋਇਆ ਤੇ ਸਾਡੀ ਬੇਨਤੀ ਹੱਥ ਜੋੜ ਕੇ ਉਹ ਕਲਿੱਪ, ਵੀਡੀਓ, ਕੋਈ ਕਮੈਂਟ ਸੰਗਤਾਂ ਸਾਹਮਣੇ ਜ਼ਰੂਰ ਸਾਂਝਾ ਕਰਿਓ। ਪਹਿਲੀ ਗੱਲ। ਦੂਜੀ ਗੱਲ, 600 ਤੋਂ ਵੱਧ ਸਿੰਘੂ ਬਾਰਡਰ ਤੋਂ ਲਾਸ਼ਾਂ ਜਾ ਚੁੱਕੀਆਂ ਵਾ। ਉਹਨਾਂ ਲਾਸ਼ਾਂ ਬਾਰੇ ਸਰਕਾਰਾਂ ਬਾਰੇ ਕਦੀ ਗੱਲ ਕੀਤੀ ਹੋਵੇ ਕਿ ਇਹ ਦਰਿੰਦਗੀ ਕਰ ਰਹੇ ਆ? ਪਰ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ, ਵੇਖੋ, ਸਰਬ ਲੋਕ ਗ੍ਰੰਥ ਦੀ ਗੱਲ ਆ, ਉਹ ਨਿਹੰਗ ਜਥੇਬੰਦੀਆਂ ਨੂੰ ਮੰਨਦੀਆਂ ਨੇ। ਰਹੀ ਗੱਲ ਸਾਡੀ ਜਾਂ ਬਾਕੀ ਬਹੁਤ ਕੌਮ ਦੇ ਵਿੱਚ ਐਸੇ ਨੇ ਜਿਹੜੇ ਉਸ ਗ੍ਰੰਥ ਨੂੰ ਨਹੀਂ ਮੰਨਦੇ। ਮੈਂ ਗੱਲ ਕਰਦਾ ਆਪਣੀ। ਮਿਸ਼ਨਰੀ ਦੀ ਜਦੋਂ ਗੱਲ ਕੀਤੀ ਜਾਂਦੀ ਆ ਤੇ ਸਾਰਿਆਂ ਨੂੰ ਪਤਾ ਵੀ ਜਿਹੜੇ ਮਿਸ਼ਨਰੀ ਆ ਉਹ ਇੱਕ ਗ੍ਰੰਥ ਦੀ ਗੱਲ ਕਰਦੇ ਆ, ਇੱਕ ਪੰਥ ਦੀ, ਇੱਕ ਮਰਿਆਦਾ ਦੀ ਗੱਲ ਕਰਦੇ ਆ। ਈਵਨ ਇੱਥੋਂ ਤੱਕ ਜਿਹੜੀ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਿਲਦਾ, ਜਿੰਨਾ ਜ਼ੋਰ ਸ਼ੋਰ ਨਾਲ ਪ੍ਰਚਾਰ ਉਹਦਾ ਮਿਸ਼ਨਰੀ ਸੰਸਥਾਵਾਂ ਨੇ ਕੀਤਾ, ਕਿਸੇ ਹੋਰ ਨੇ ਨਹੀਂ ਕੀਤਾ ਹੋਣਾ। ਤੇ ਹਮੇਸ਼ਾ ਹੀ ਇੱਕ ਗ੍ਰੰਥ ਦੀ ਗੱਲ ਕੀਤੀ ਹੈ। ਜਿਹੜੇ ਮੰਨਦੇ ਆ ਉਹ 100 ਵਾਰ ਮੰਨੀ ਜਾਣ। ਤੇ ਅਸੀਂ ਆਪਣੀ ਗੱਲ ਕਰਦੇ ਹਾਂ। ਮੈਂ ਅੱਜ ਤੱਕ ਨਾ ਕਿਸੇ ਸਾਧ ਬਾਬੇ ਦੀ ਬਰਸੀ ਤੇ ਗਿਆ, ਨਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਦੀ ਕਦੀ ਗੱਲ ਕੀਤੀ ਆ। ਮੰਨ ਲਓ ਵੀ ਜੇ ਨਿਹੰਗ ਜਥੇਬੰਦੀਆਂ ਉਸ ਗ੍ਰੰਥ ਨੂੰ ਮੰਨਦੀਆਂ ਨੇ, ਉਸ ਗ੍ਰੰਥ ਨੂੰ ਚੁੱਕ ਕੇ ਲੈ ਕੇ ਜਾਣ ਲੱਗਾ ਸੀ, ਉਹ ਘਟਨਾ ਵਾਪਰੀ, ਹੋਈ ਮਾੜੀ ਆ। ਦੇਖੋ, ਕੁਦਰਤੀ ਗੱਲ ਇਹ ਹੈ ਵੀ ਇੱਕ ਪਰਿਵਾਰ ਦਾ ਉਹ ਜੀ ਚਲਾ ਗਿਆ, ਬੱਚੇ ਜਿਹੜੇ ਪਿੱਛੇ ਰਹਿ ਗਏ। ਪਰ ਨਾਲ ਇੱਕ ਪਾਸਾ ਦੂਜਾ ਵੇਖੀਏ ਵੀ ਇਹ ਹੁਣ ਸਰਕਾਰ ਦਾ ਕੰਮ ਆ, ਸਾਡਾ ਕੰਮ ਨਹੀਂ ਹੈਗਾ। ਮੈਨੂੰ ਕਈ ਪਰਸੋਂ ਦੇ, ਕਿਉਂਕਿ ਅਸੀਂ ਲਖੀਮਪੁਰ ਖੀਰੀ ਜਿੱਥੇ ਕਿਸਾਨ ਜਿਹੜੇ ਚੜ੍ਹਾਈ ਕੀਤੇ ਪਿਛਲੇ ਦਿਨੀ, ਉਹਨਾਂ ਇਲਾਕਿਆਂ ਵਿੱਚ ਆਏ ਆ। ਸਾਡੇ ਇੱਥੇ ਵੀਰਾਂ ਨੇ ਰਲ ਕੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ, ਸੰਗਤਾਂ ਨੂੰ ਜਾਗਰੂਕ ਕਰਨ ਲਈ ਇਹ ਗੁਰਮਤਿ ਸਮਾਗਮ ਲਿਖਿਆ। ਤੇ ਅਸੀਂ ਕਾਫੀ ਦਿਨਾਂ ਤੋਂ ਇਸ ਇਲਾਕੇ 'ਚ, ਉੱਤਰਾਖੰਡ ਯੂਪੀ ਦੇ ਇਲਾਕੇ ਵਿੱਚ ਆਏ ਹੋਏ ਆ, ਤਾਂ ਸਮਾਂ ਨਹੀਂ ਬਣ ਪਾਇਆ ਕਿ ਅਸੀਂ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਦੇ। ਪਰ ਇੱਕ ਮੈਂ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਤਮਾਸ਼ਬੀਨ ਲੋਕ ਬਹੁਤ ਆ। ਸਰਕਾਰਾਂ ਦੇ ਬੰਦਿਆਂ ਨੇ ਫੇਕ ਆਈਡੀਆਂ ਬਣਾ ਕੇ ਗਾਲਾਂ ਕੱਢਣ ਵਾਲੇ ਬੰਦੇ ਰੱਖੇ ਹੋ। ਇੱਕ ਬੰਦੇ ਦੀਆਂ 15 20 ਆਈਡੀਆਂ ਵਾ। ਉਹਨਾਂ ਦੇ ਉੱਤੇ ਫੋਟੋਆਂ ਵੀ ਸਿੱਖਾਂ ਵਾਲੀਆਂ ਲੱਗੀਆਂ ਵਾ। ਇੰਝ ਲੱਗਦਾ ਜਿਵੇਂ ਸਾਡੇ ਆਪਣੇ ਬੰਦੇ ਆ, ਉਹ ਮਨੋਬਲ ਡੇਗਣ ਦੀਆਂ ਗੱਲਾਂ ਕਰਦੇ ਆ। ਪਰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਸਾਡੇ ਕੁਝ ਰਾਗੀ ਢਾਡੀ ਪ੍ਰਚਾਰਕ ਜਿਹੜੇ ਆਪਣੇ ਆਪ ਨੂੰ ਸਿਧਾਂਤ ਦੀ ਗੱਲ ਕਰਨ ਵਾਲਾ ਦੱਸਦੇ, ਉਹ ਵੀ ਇਹਨਾਂ ਮੌਕਿਆਂ ਤੇ ਆਣ ਕੇ ਕਰੀ ਉਹਨਾਂ ਦੇ ਹੱਕ ਵਿੱਚ ਭੁੱਗ ਜਾਂਦੇ ਆ, ਜਿਨ੍ਹਾਂ ਦੇ ਚਿਹਰੇ ਅਸੀਂ ਪਹਿਚਾਣ ਨਹੀਂ ਪਾਉਂਦੇ ਵੀ ਅਸਲ ਵਾਸਤੇ ਵਿੱਚ ਹੈ ਕੌਣ ਵਾ। ਵੇਖੋ, ਮੇਰੀ ਬੇਨਤੀ ਹੱਥ ਜੋੜ ਕੇ ਆ, ਉਹ ਮੁੱਦਾ ਜਿਹੜਾ ਜੇ ਮੰਨ ਲਓ ਕਤਲ ਹੋਇਆ, ਉਹਨਾਂ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ,
ਗੱਲ ਨਿਬੜ ਗਈ। ਹੁਣ ਇਹ ਤੋਂ ਅੱਗੇ ਤੁਰੀਏ ਕਿਸਾਨੀ ਅੰਦੋਲਨ ਦੀ ਗੱਲ ਕਰੀਏ। ਨਿੱਜੀ ਕੜਾ ਕੱਢਣ ਦੀ ਲੋੜ ਨਹੀਂ, ਮਿਹਣੇ ਮਾਰਨ ਦੀ ਲੋੜ ਨਹੀਂ ਆ। ਬਹੁਤ ਤਰ੍ਹਾਂ ਦੇ ਮਿਹਣੇ, ਬਾਕੀ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੀ ਪੱਤਰਕਾਰੀ ਚੱਲ ਰਹੀ ਆ, ਇੱਕ ਬੰਦੇ ਨੇ ਦੂਜੇ ਬਾਰੇ ਬਿਆਨ ਤਾਂ ਭੱਜ ਕੇ ਮਾਈਕ ਉਹਦੇ ਮੂੰਹ 'ਚ ਤੁੰਨਣ ਦੀ ਕੋਸ਼ਿਸ਼ ਕਰਦੇ, ਅਗਲਾ ਨਹੀਂ ਵੀ ਬੋਲਣ ਦੀ ਕੋਸ਼ਿਸ਼ ਕਰਦਾ, ਉਹਦੇ ਕੋਲ ਬੁਲਾਉਣਾ ਚਾਹੁੰਦੇ ਆ। ਬਹੁਤ ਉਹ ਆ ਜਿਹੜੇ ਆਪਣੇ ਘਰਾਂ 'ਚ ਬੈਠੇ ਆ, ਸੇਫ ਜ਼ੋਨ 'ਚ ਬੈਠੇ ਆ, ਬੋਲਣਾ ਬਹੁਤ ਸੌਖਾ। ਅਸੀਂ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਬੈਠੇ ਆ। ਸਾਰਿਆਂ ਨੂੰ ਪਤਾ ਕਿ ਅਸੀਂ ਸ਼ੁਰੂ ਤੋਂ ਇਸ ਅੰਦੋਲਨ ਦੇ ਵਿੱਚ ਆਪਣੀਆਂ ਜਿੰਨੀਆਂ ਵੀ ਸਾਡੇ ਕੋਲ, ਕਿਉਂਕਿ ਅਸੀਂ ਕਿਸੇ ਜਥੇਬੰਦੀ ਕਰਕੇ ਨਹੀਂ ਆਏ ਵੀ ਕਿਸੇ ਕਿਸਾਨ ਆਗੂ ਨੇ ਸਾਨੂੰ ਕਿਹਾ ਹੋਵੇ ਤੁਸੀਂ ਆਓ। ਅਸੀਂ ਆਪਣੀ ਮਰਜ਼ੀ ਨਾਲ ਆਏ ਆ। ਜਿੱਦਣ ਜਾਣਾ ਹੋਊਗਾ ਉਦੋਂ ਵੀ ਆਪਣੀ ਮਰਜ਼ੀ ਨਾਲ ਜਾਵਾਂਗੇ। ਤੇ ਸਾਨੂੰ ਪੂਰੀ ਉਮੀਦ ਆ ਕਿ ਗੁਰੂ ਕਿਰਪਾ ਕਰੇ ਅਸੀਂ ਉਦੋਂ ਜਾਈਏ ਜਦੋਂ ਇਹ ਮੋਰਚਾ ਫਤਿਹ ਹੋਵੇ, ਕਿਉਂਕਿ ਅਸੀਂ ਡਟੇ ਹੋਏ ਆ, ਡਟੇ ਰਵਾਂਗੇ। ਬਹੁਤ ਕੁਝ ਸਾਨੂੰ ਸੁਣਨ ਨੂੰ ਮਿਲਿਆ, ਤਰ੍ਹਾਂ ਤਰ੍ਹਾਂ ਦੇ ਸਾਡੇ 'ਤੇ ਇਲਜ਼ਾਮ ਵੀ ਲੱਗੇ। ਪਿਛਲੇ ਦਿਨੀ ਮੰਨ ਲਓ ਨਿਹੰਗ ਕੁਝ ਸਾਡੇ ਕੋਲ ਇੱਥੇ ਸਮਾਨ ਲੈਣ ਆਏ, ਕਿਉਂਕਿ ਇੱਥੇ ਸਮਾਨ ਵੰਡ ਰਹੇ ਆ। ਕੁਦਰਤੀ ਗੱਲ ਆ, ਸਾਰਿਆਂ ਨੇ ਆਉਣਾ। ਡੇਰੇਦਾਰ ਬਾਬੇ ਵੀ ਆਉਂਦੇ ਆ। ਵੇਖੋ ਇੱਥੇ ਬੈਠ ਕੇ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ। ਸਾਰਿਆਂ ਨੂੰ ਬਾਬਿਆਂ ਨੂੰ ਪਤਾ ਕਿ ਮੈਂ ਕਿਸੇ ਬਾਬੇ ਨੂੰ ਨਹੀਂ ਮੰਨਦਾ, ਪਰ ਬਾਬੇ ਖੁਦ ਆਣ ਕੇ ਉਹਨਾਂ ਦੇ ਬੰਦੇ ਵੀ ਇਹ ਗੱਲ ਕਹਿੰਦੇ ਰਹੇ ਕਿ ਸਰਬਜੀਤ ਸਿੰਘ ਜੀ ਸਾਨੂੰ ਪਤਾ ਕਿ ਤੁਸੀਂ ਕਿਸੇ ਦੇਹਧਾਰੀ ਕਿਸੇ ਬਾਬੇ ਨੂੰ ਨਹੀਂ ਮੰਨਦੇ, ਪਰ ਇੱਥੇ ਆਪਣੇ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਆ। ਪਰ ਆਪਾਂ ਸਾਰੇ ਇੱਥੇ ਕਿਸਾਨੀ ਅੰਦੋਲਨ ਵਾਸਤੇ ਇੱਥੇ ਇਕੱਠੇ ਹੋ ਕੇ ਬੈਠੇ ਆ। ਨਿਹੰਗਾਂ ਨੇ ਖੁਦ ਆਣ ਕੇ ਸਾਡੇ ਕੋਲ ਟੈਂਟ 'ਚ ਮੰਨਿਆ ਕਿ ਸਾਨੂੰ ਪਤਾ ਤੁਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ, ਕਿਸੇ ਸਰਬ ਲੋਕ ਗ੍ਰੰਥ ਨੂੰ ਨਹੀਂ ਮੰਨਦੇ, ਪਰ ਆਪਣੀ ਇੱਥੇ ਵਿਚਾਰ ਧਾਰਕ ਜੰਗ ਨਹੀਂ ਹੈਗੀ, ਆਪਣੇ ਤੇ ਕਿਸਾਨੀ ਅੰਦੋਲਨ ਦੀ ਗੱਲ ਆ। ਸਾਰੇ ਨਿਹੰਗ ਮਾੜੇ ਨਹੀਂ, ਸਾਰੇ ਨਿਹੰਗ ਚੰਗੇ ਨਹੀਂ, ਉਹ ਗੱਲ ਵਿਸ਼ਾ ਵੱਖਰਾ, ਆਪਾਂ ਉਸ ਟੌਪਿਕ ਤੇ ਗੱਲ ਨਹੀਂ ਕਰਨੀ। ਪਰ ਕਈ ਬੰਦੇ ਤਮਾਸ਼ਬੀਨ, ਕਈ ਮੌਕਾ ਲੱਭਦੇ ਕਦੋਂ ਇਹ ਅੰਦੋਲਨ ਫੇਲ ਹੋਵੇ ਤੇ ਸਾਨੂੰ ਬੋਲਣ ਦਾ ਮੌਕਾ ਮਿਲੇ, ਅਸੀਂ ਬੋਲੀਏ। ਮੇਰੀ ਹੱਥ ਜੋੜ ਕੇ ਬੇਨਤੀ ਆ ਭਾਈ, ਜੇ ਤੁਸੀਂ ਸੱਚੀ ਅੰਦਰੋਂ ਜੁੜੇ ਆ ਨਾ, ਵੇਖੋ ਜਿਨ੍ਹਾਂ ਦੇ ਪੁੱਤ ਜਾ ਚੁੱਕੇ ਆ ਨਾ, ਜਿਨ੍ਹਾਂ ਦੇ ਬੱਚੇ ਜਾ ਚੁੱਕੇ ਆ। ਕੱਲ ਅਸੀਂ ਭਾਈ ਨਵਰੀਤ ਸਿੰਘ ਜਿਹੜੇ ਉੱਤਰਾਖੰਡ ਦੇ ਰਹਿਣ ਵਾਲੇ, ਇੱਥੇ ਉਹਨਾਂ ਦੇ ਘਰੋਂ ਉਹਨਾਂ ਦੇ ਮਾਤਾ ਪਿਤਾ ਨੂੰ ਮਿਲ ਕੇ ਪੁੱਛ ਕੇ ਵੇਖੋ, ਜਿਨ੍ਹਾਂ ਦੇ ਘਰੋਂ ਬੱਚੇ ਗਏ ਆ, ਜਿਨ੍ਹਾਂ ਮਾਵਾਂ ਦੇ ਪੁੱਤ ਗਏ, ਕਦੀ ਉਹਨਾਂ ਦੇ ਹੰਝੂਆਂ ਵੱਲ ਵੇਖੋ। ਇਹ ਕਹਿਣਾ ਬੜਾ ਸੌਖਾ ਵਾ, ਕਿਉਂਕਿ ਸਾਡਾ ਗਿਆ ਕੋਈ ਨਾ, ਆਪਣਾ ਘਰੋਂ ਗਿਆ ਕੋਈ ਨਹੀਂ। ਜਿਨ੍ਹਾਂ ਦੇ ਬੱਚੇ ਗਏ, ਜਿਨ੍ਹਾਂ ਮਾਵਾਂ ਦੇ ਬੱਚੇ ਗੁਆਚੇ ਆ, ਉਹਨਾਂ ਨੂੰ ਪੁੱਛ ਕੇ ਵੇਖੋ। ਜਿਨ੍ਹਾਂ ਦੇ ਅੱਜ ਘਰ ਸੁਣਨੇ ਪਾਇਆ, ਜਦੋਂ ਫੋਟੋ ਵੇਖੀ ਦੀ ਆ ਘਰ ਜਾ ਕੇ, ਕੱਲ੍ਹ ਜਦੋਂ ਸ਼ਾਮੀ ਅਸੀਂ ਦੀਵਾਨ ਤੋਂ ਬਾਅਦ ਭਾਈ ਨਵਰੀਤ ਸਿੰਘ ਦੇ ਪਿਤਾ ਤੇ ਉਹਦੀ ਮਾਂ ਨੂੰ ਮਿਲ ਕੇ ਆਏ ਆ। ਬੇਟੀ ਉਹਦੀ ਟੋਰਾਂਟੋ ਆ, ਉੱਥੇ ਵੀ ਬਹੁਤ ਵੀਰਾਂ ਨੇ ਉਸ ਬੱਚੀ ਦਾ ਸਾਥ ਦਿੱਤਾ। ਪਰ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਆ ਇਸ ਅੰਦੋਲਨ ਦੇ ਵਿੱਚ। ਰੂਹ ਉਹਨਾਂ ਦੀ ਉਦੋਂ ਕੰਬਦੀ ਆ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਵੇਖੋ ਜੇ ਹੋਇਆ ਉਹ ਇਸ ਵਿਸ਼ੇ ਨੂੰ, ਹੁਣ ਟੌਪਿਕ ਨੂੰ ਕਿਉਂਕਿ ਇਸ ਅੰਦੋਲਨ ਨੂੰ ਖਤਮ ਕਰਨ ਵਾਸਤੇ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਪਿਆ, ਪੂਰਾ ਜ਼ੋਰ ਲੱਗਾ ਪਿਆ। ਉਹਨਾਂ ਲੱਭਣੇ ਆ ਸਿੱਖ ਚਿਹਰੇ, ਕਿੱਦਾਂ ਇਹਨਾਂ ਵਿੱਚ ਵਾੜੀਏ, ਕਿੱਦਾਂ ਇਹਨਾਂ ਨੂੰ ਬਦਨਾਮ ਕਰੀਏ, ਕਿੱਦਾਂ ਇਹਨਾਂ ਨੂੰ ਖੇੜੀਏ, ਕਿਉਂਕਿ ਹਜਮ ਨਹੀਂ ਹੋ ਰਿਹਾ ਅਗਲਿਆਂ ਕੋਲੋਂ। ਇਸ ਲੰਬਾ ਟਾਈਮ ਅੰਦੋਲਨ ਚਲਾਤਾ, ਪੂਰੀ ਦੁਨੀਆ ਤੇ ਗੱਲ ਪਹੁੰਚ ਗਈ, ਥਾਂ ਥਾਂ ਤੇ ਚਰਚਾ ਹੋ ਰਹੀ ਆ। ਕੋਈ ਕਿਸੇ ਦਾ ਇਲਜ਼ਾਮ ਲਾ ਰਿਹਾ ਕਿ ਜੀ ਫਲਾਣਾ ਹੋ ਗਿਆ ਜੀ ਇੱਥੇ ਕਾਮ, ਉਹ ਭਲਿਓ ਬਾਰ-ਬਾਰ ਕਹੀ ਜਾ ਰਹੀ ਹੈ। ਭਾਵੇਂ ਇੱਥੇ ਸਾਰੇ ਦੇਸ਼ ਦੇ ਕਿਸਾਨ ਬੈਠੇ ਆ, ਇਸ ਅੰਦੋਲਨ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਚਲਾ ਰਹੀ ਆ, ਪਰ ਏਜੰਸੀਆਂ ਨੂੰ ਕਿੱਦਾਂ ਹਜਮ ਹੋ ਜੂ? ਜਿਹੜੇ ਬੰਦੇ ਆਪਣੇ ਮਤਲਬ ਕੁਹਾੜੇ ਦੇ ਦਸਤੇ ਬਣ ਕੇ ਵੱਢਣ ਦੀ ਕੋਸ਼ਿਸ਼ ਕਰ ਰਹੇ ਆ, ਬਚੋ। ਹੱਥ ਜੋੜ ਕੇ ਬੇਨਤੀ। ਕਈ ਮੈਨੂੰ ਪਰਸੋਂ ਦੇ ਫੋਨ ਕਰ ਰਿਹਾ ਪੱਤਰਕਾਰ, ਦੱਸੋ ਜੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਮੈਂ ਕਿਹਾ ਪਹਿਲੀ ਗੱਲ ਤੇ ਮੈਂ ਉੱਥੇ ਹੈ ਨਹੀਂ, ਦੂਜੀ ਗੱਲ ਮੈਂ ਇੱਥੇ ਦੂਜੀਆਂ ਸਟੇਟਾਂ ਵਿੱਚ ਗੁਰਮਤਿ ਵਿਚਾਰ ਕਰਨ ਵਾਸਤੇ ਕਿਸਾਨੀ ਜਿੰਨੀ ਵੀ, ਕਿਉਂਕਿ ਜਿੱਦਣ ਦਾ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਮੈਂ ਇੱਕ ਆਪਣੀ ਇਮਾਨਦਾਰੀ ਇਹ ਰੱਖੀ ਆ ਕਿ ਹਰ ਟੌਪਿਕ ਵਿੱਚ, ਹਰ ਕਥਾ ਵਿਚਾਰ ਦੇ ਵਿੱਚ ਕਿਸਾਨੀ ਅੰਦੋਲਨ ਦੀ ਗੱਲ ਖੁੱਲ੍ਹ ਕੇ ਕਰਦਾ ਤੇ ਕਰਦਾ ਰਵਾਂਗਾ, ਕਿਉਂਕਿ ਅਸੀਂ ਕਿਸਾਨ ਵੀ ਆ, ਸਾਨੂੰ ਪਤਾ ਵਾ ਇਹ ਜ਼ਮੀਨਾਂ ਦੀ ਗੱਲ ਵਾ। ਹੁਣ ਗੱਲ ਆ ਗਈ, ਕੁਝ ਬੰਦੇ ਇਹ ਜੀ ਡਰ ਗਏ ਆ ਜੀ, ਇਹ ਡਰਪੋਕ ਆ ਜੀ। ਸਾਰਿਆਂ ਨੂੰ ਪਤਾ, ਅਸੀਂ ਹਿੱਕ ਥਾਪੜ ਕੇ ਕਹਿੰਦੇ ਆ, ਅਸੀਂ ਇੱਥੇ ਬੈਠੇ ਆ, ਲਗਾਤਾਰ ਸੇਵਾਵਾਂ ਜਾਰੀ ਆ। ਕੌਣ ਦਲੇਰ ਆ, ਕੌਣ ਨਹੀਂ ਦਲੇਰ, ਸਭ ਨੂੰ ਪਤਾ। ਤੇ ਕੌਣ ਕਿਹਦੇ ਨਾਲ ਖਲੋਤਾ, ਇਹ ਵੀ ਸਾਰਾ ਪਤਾ। ਕੌਣ ਚਿਚੜੀਆਂ ਛੇੜਨ ਵਾਲਾ, ਇਹ ਵੀ ਸਾਰਿਆਂ ਨੂੰ ਪਤਾ। ਜਦੋਂ ਲਖੀਮਪੁਰ ਖੀਰੀ ਕਿਸਾਨੀ ਵੀਰ ਜਿਹੜੇ ਸੀ, ਜਿਹੜੇ ਕਿਸਾਨ ਵੀਰ ਜਿਹੜੇ ਇੱਥੇ ਧਰਨਾ ਦੇ ਰਹੇ ਸੀ, ਜਦੋਂ ਉਹਨਾਂ ਤੇ ਲੀਡਰ ਦੇ ਪੁੱਤ ਨੇ ਗੱਡੀਆਂ ਚੜ੍ਹਤੀਆਂ, ਉਦੋਂ ਇੱਕ ਸ਼ਬਦ ਤੱਕ ਨਹੀਂ ਮੂੰਹ ਬੋਲਿਆ। ਕਿਉਂ? ਕਿਉਂਕਿ ਬੀਜੇਪੀ ਦੇ ਉਲਟ ਜਾਂਦਾ ਸੀ, ਉਹ ਸਰਕਾਰਾਂ ਦੇ ਉਲਟ ਜਾਂਦਾ ਸੀ। ਉਦੋਂ ਵੀ ਕੋਈ ਕਲਿੱਪ ਪਾਉਂਦੇ ਕੀ ਉਦੋਂ ਮੰਨੀਏ ਵੀ ਉਦੋਂ ਡਰ ਗਏ ਸੀ? ਅਸੀਂ ਉਦੋਂ ਵੀ ਬੋਲੇ ਹਾਂ, ਹੁਣ ਵੀ ਬੋਲਦੇ, ਹੁਣ ਵੀ ਕਹਿੰਦੇ ਆ ਸਾਡਾ ਇੱਕ ਗ੍ਰੰਥ, ਇੱਕ ਪੰਥ ਦੀ ਅਸੀਂ ਗੱਲ ਕਰਦੇ ਹਾਂ। ਜੋ ਉੱਥੇ ਘਟਨਾ ਵਾਪਰੀ ਅਸੀਂ ਉਹਦੀ ਨਿਖੇਧੀ ਕਰਦੇ ਹਾਂ, ਗਲਤ ਹੋਇਆ, ਪਰ ਨਾਲ ਇਹ ਵੀ ਬੇਨਤੀ ਕਰਦੇ ਹਾਂ ਕਿ ਭਾਈ ਇਹ ਤਮਾਸ਼ਾ ਵੇਖਣ ਦਾ ਸਮਾਂ ਨਹੀਂ, ਸਿਰ ਜੋੜਨ ਦਾ ਸਮਾਂ ਵਾ। ਇੱਥੇ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਆ, ਪਰ ਕੁਝ ਬੰਦੇ ਜਿਹੜੇ ਐਸੇ ਆ ਜਿਹੜੇ ਆਪਣੇ ਸੇਫ ਜ਼ੋਨ 'ਚ ਬੈਠੇ ਆ। ਬੈਠੇ ਵੀਡੀਓ ਬਣਾਉਣੀ ਬੜੀ ਸੌਖੀ, ਲਿਆਓ ਇੱਥੇ ਬੈਠਾ, ਜਿਹਨੂੰ ਮਰਜ਼ੀ ਮੈਂ ਰੱਦ ਕਰ ਦੇਣਾ, ਪਰ ਮਜ਼ਾ ਤਾਂ ਪਬਲਿਕ ਵਿੱਚ ਆਣ ਕੇ ਵੇਖੋ, ਆਣ ਕੇ ਉਹਨਾਂ ਕਿਸਾਨਾਂ ਦੇ ਚਿਹਰਿਆਂ ਵੱਲ ਵੇਖੋ। ਜਿਹੜਾ ਘਟਨਾ ਵਾਪਰੀ ਉਹਦੇ ਚਿਹਰੇ ਮੁਰਝਾਏ ਪਏ ਆ ਵੀ ਇਹ ਕੀ ਹੋ ਗਿਆ ਸਾਡੇ ਨਾਲ, ਕਿਉਂਕਿ ਅਸੀਂ ਇੱਥੇ ਕਿੰਨਾ ਕੁਝ ਦਾਅ ਤੇ ਲਾਤਾ ਕਈਆਂ ਨੇ ਆਪਣਾ। ਵਿਦੇਸ਼ਾਂ ਤੋਂ ਟਿਕਟਾਂ ਲੈ ਕੇ ਡਾਕਟਰ ਸੁਲੇਮਾਨ ਵਰਗੇ ਵੀਰ ਆਪਣਾ ਕੈਰੀਅਰ ਦਾਅ ਤੇ ਲਾ ਕੇ ਬੈਠੇ ਆ। ਕਦੀ ਸੋਚ ਕੇ ਤਾਂ ਵੇਖੋ ਇੱਕ ਵਾਰ,
ਦੁੱਖ ਉਦੋਂ ਹੁੰਦਾ ਜਦੋਂ ਇੱਕ ਬੰਨੇ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਦੂਜੇ ਬੰਨੇ ਉਹੋ ਹੀ ਆਗੂਆਂ ਦੇ ਗਲਾਂ ਵਿੱਚ ਅਸੀਂ ਸਰੂਪੇ ਪਾਉਂਦੇ ਹਾਂ। ਇਹ ਦੋਗਲੀ ਨੀਤੀ ਛੱਡ ਦਿਓ, ਆਪਣੇ ਆਪ ਨੂੰ ਸਪਸ਼ਟ ਕਰ ਦਿਓ ਕਿ ਅਸੀਂ ਕਿਹਦੇ ਨਾਲ ਆ। ਮੈਂ ਹੁਣ ਵੀ ਗੱਲ ਕਹਿਣਾ, ਅਸੀਂ ਕਿਸਾਨੀ ਅੰਦੋਲਨ ਦੇ ਨਾਲ ਪਹਿਲਾਂ ਵੀ ਆ, ਹੁਣ ਵੀ ਆ, ਅੱਗੇ ਵੀ ਰਵਾਂਗੇ। ਇੱਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ ਦੀ ਗੱਲ ਪਹਿਲਾਂ ਵੀ ਕਰਦੇ ਆ ਤੇ ਹੁਣ ਵੀ ਕਰਦੇ ਰਵਾਂਗੇ। ਕੌਣ ਸਹੀ ਆ ਕੌਣ ਗਲਤ ਆ, ਸਮੇਂ ਨੇ ਆਪਣੇ ਆਪ ਸਾਫ਼ ਕਰ ਦੇਣਾ। ਸਾਰਿਆਂ ਦਾ ਧੰਨਵਾਦ। ਹੱਥ ਜੋੜ ਕੇ ਬੇਨਤੀ ਆ ਵੀਰੋ, ਭੈਣੋ, ਭਰਾਵੋ, ਜਿਹੜੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਜੁੜੇ ਹੋਏ ਹੋ, ਆਪਣੀ ਫੇਸਬੁੱਕ ਦਾ ਮੂੰਹ, ਹਮੇਸ਼ਾ ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ, ਆਪਣੀ ਫੇਸਬੁੱਕ ਦਾ ਮੂੰਹ ਸਰਕਾਰ ਵੱਲ ਕਰੋ। ਜਿਨ੍ਹਾਂ ਨੇ ਇਹ 3 ਕਾਲੇ ਕਾਨੂੰਨ ਪਾਸ ਕੀਤੇ ਆ ਰੱਦ ਕਰਾਉਣ ਲਈ, ਆਪਣੇ ਘਰ ਵੱਲ ਨੂੰ ਨਾ ਕਰੋ। ਹੱਥ ਜੋੜ ਕੇ ਬੇਨਤੀ ਹੈ। ਤੇ ਚਿਹਰੇ ਪਛਾਣੋ, ਕੌਣ ਆਪਣਾ ਕੌਣ ਬੇਗਾਨਾ। ਸਮਾਂ ਪਾ ਕੇ ਸਭ ਸੱਚ ਸਾਹਮਣੇ ਆ ਜਾਣਾ, ਤੇ ਕੁਝ ਆਈ ਜਾ ਰਿਹਾ ਵਾ। ਤੋ ਆਓ ਮੇਰੇ ਵੀਰੋ, ਹੱਥ ਜੋੜ ਕੇ ਬੇਨਤੀ ਆ, ਆਪਣੀ ਕਲਮ ਦੀ ਤਾਕਤ ਕਰਨਾ ਕੀ ਆ, ਆਹ 2 ਅੱਖਰ ਲਿਖਣੇ ਆ। ਇਹ ਅੱਖਰ ਲਿਖ ਕੇ ਪਾਓ ਕਿ ਅਸੀਂ ਕਿਸਾਨੀ ਅੰਦੋਲਨ ਦੇ ਨਾਲ ਆ। ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਵਾ, ਇਹ ਨਾ ਵਾਪਰਨ ਤੇ ਅਸੀਂ ਸਿਰ ਜੋੜ ਕੇ ਜਿਹੜੇ ਆ ਇਸ ਕਿਸਾਨੀ ਅੰਦੋਲਨ ਨੂੰ ਸਿਰੇ ਚੜ੍ਹਨ ਵਿੱਚ ਆਪਣੇ ਵੱਲੋਂ ਸਹਿਯੋਗ ਦੇ ਸਕੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।